ਦੋਸਤੋ ਹਯਾਤ ਅਲਫਾਜ਼ ਜਿਹੜਾ ਹੈਗਾ ਉਹਦਾ ਮਤਲਬ ਹੁੰਦਾ ਹੈ ਜ਼ਿੰਦਗੀ। ਕਹਿੰਦੇ ਆ ਕਿ ਜਿਹੜੀ ਸ਼ਹੀਦਾਂ ਦੀ ਮੌਤ ਹੁੰਦੀ ਆ ਉਹ ਕੌਮ ਨੂੰ ਜ਼ਿੰਦਗੀ ਦੇ ਜਾਂਦੀ ਆ। ਅੱਜ ਅਸੀਂ ਦਿਹਾੜਾ ਮਨਾ ਰਹੇ ਹਾਂ ਸ਼ਹੀਦ ਨਵਰੀਤ ਸਿੰਘ ਡਿਬਡਿਬਾ ਦਾ। ਅੰਤਿਮ ਅਰਦਾਸ ਉਹਨਾਂ ਦੀ ਕੀਤੀ ਗਈ ਹੈ। ਸਮਾਗਮ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਜੁੜੀਆਂ ਨੇ, ਜਿਵੇਂ ਤੁਸੀਂ ਮੇਰੇ ਨਾਲ ਵੇਖ ਸਕਦੇ ਹੋ। ਕੰਵਰਪਾਲ ਸਿੰਘ ਜੀ ਦਲ ਖਾਲਸਾ ਤੋਂ ਮੌਜੂਦ ਨੇ, ਕਨੂਪ੍ਰਿਆ ਮੌਜੂਦ ਨੇ, ਐਸਐਫਐਸ ਤੋਂ, ਔਰ ਰਮਨ ਮੌਜੂਦ ਨੇ। ਦੋਸਤੋ ਹੁਣੇ ਅਸੀਂ ਵੇਖ ਕੇ ਹਟੇ ਹਾਂ ਕਿ ਜਿਵੇਂ ਮੈਂ ਗੱਲ ਕੀਤੀ ਹੈ ਕਿ ਇੱਕ ਜਿਸ ਤਰੀਕੇ ਦਾ ਉਹਨਾਂ ਦਾ ਨਾਂ ਹੀ ਸੀ, ਪਹਿਲਾਂ ਜਿਵੇਂ ਨਾਂ ਦੇ ਉੱਤੇ ਵੀ ਗੌਰ ਕਰਾਂ, ਉਹਨਾਂ ਦਾ ਨਾਂ ਸੀਗਾ ਨਵਰੀਤ। ਹਾਲਾਂਕਿ ਉਹ ਰੁਖਸਤ ਹੋ ਗਏ ਨੇ ਜਹਾਨ ਤੋਂ, ਪਰ ਇੱਕ ਨਵੀਂ ਰੀਤ ਤੋਰ ਗਏ ਨੇ, ਜਹਾਨ ਨੂੰ ਇੱਕ ਨਵੀਂ ਜ਼ਿੰਦਗੀ ਦੇ ਗਏ ਨੇ ਜਿੱਦਾਂ ਕਹਿ ਲਓ। ਬਾਈ ਜੀ ਤੁਸੀਂ ਕਿੱਦਾਂ ਵੇਖਦੇ ਆ ਇੱਕ ਤਰੀਕੇ ਨਾਲ ਜਿਹੜੇ ਉਹਨਾਂ ਦੇ ਦਾਦਾ ਜੀ ਨੇ ਉਹ ਇੱਕ ਤਰੀਕੇ ਨਾਲ ਸੈਲੀਬ੍ਰਿਟੀ ਵੀ ਬਣ ਗਏ ਨੇ। ਬਹੁਤ ਸਾਰੇ ਇੱਥੇ ਮੈਂ ਨੌਜਵਾਨ ਵੇਖ ਰਿਹਾ ਸੀਗਾ, ਉਹ ਮੁਸਕਰਾ ਕੇ ਉਹਨਾਂ ਦੀ ਇੱਛਾ ਸੀਗੀ ਕਿ ਅਸੀਂ ਉਹਨਾਂ ਦੇ ਨਾਲ ਇੱਕ ਤਸਵੀਰ ਖਿਚਵਾਈਏ, ਇੱਕ ਯਾਦਗਾਰੀ ਤਸਵੀਰ, ਕਿਉਂਕਿ ਇੱਕ ਤਰੀਕੇ ਨਾਲ ਉਹ ਬਹੁਤ ਵੱਡੀ ਸ਼ਖਸੀਅਤ ਬਣ ਚੁੱਕੇ ਨੇ। ਲੇਕਿਨ ਦੂਜਾ ਪਹਿਲੂ ਵੀ ਹੈਗਾ ਕਿ ਉਹਨਾਂ ਨੇ ਆਪਣਾ ਪੋਤਾ ਗਵਾ ਲਿਆ, ਰੁਖਸਤ ਹੋ ਗਿਆ, ਜਿਨ੍ਹਾਂ ਨੇ ਕਦੇ ਮੁੜ ਕੇ ਵੀ ਨਹੀਂ ਆਉਣਾ ਹੈਗਾ। ਔਰ ਜਿਸ ਤਰੀਕੇ ਦੇ ਨਾਲ ਅਸੀਂ ਅੱਜ ਕੱਲ੍ਹ ਵੇਖ ਰਹੇ ਹਾਂ ਕਿ ਜਿਹੜੇ ਸਾਡੇ ਸ਼ਹੀਦ ਹੁੰਦੇ ਨੇ, ਬਹੁਤ ਸਾਰੇ ਸ਼ਹੀਦ ਪਹਿਲਾਂ ਵੀ ਹੋਏ ਨੇ, ਕਿ ਉਹਨਾਂ ਦੀ ਸ਼ਹੀਦੀ ਦਾ ਮੁੱਲ ਅਸੀਂ ਪਾ ਸਕੇ ਹਾਂ ਹੁਣ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਭ ਤੋਂ ਵੱਡੀ ਸ਼ਖਸੀਅਤ ਹੈ ਸ਼ਹੀਦ ਹੁੰਦਾ ਹੈ ਜਿਹੜਾ ਨਵਰੀਤ ਹੈ। ਉਹਨਾਂ ਦੇ ਦਾਦਾ ਜੀ ਦੀ ਤੁਸੀਂ ਗੱਲ ਕੀਤੀ ਹੈ। ਉਹਨਾਂ ਦੇ ਦਾਦਾ ਜੀ ਸਿੱਖ ਹਲਕਿਆਂ ਦੇ ਵਿੱਚ, ਸਿੱਖ ਪੋਲੀਟੀਕਲ ਹਲਕਿਆਂ ਦੇ ਵਿੱਚ ਪਹਿਲੇ ਹੀ ਜਾਣੇ ਮਾਣੀ ਹਸਤੀ ਹੈ। ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਜੋ ਉਹਨਾਂ ਦਾ ਆਪਣਾ ਇੱਕ ਕੰਟਰੀਬਿਊਸ਼ਨ ਹੈ ਸਿੱਖ ਸਟਰਗਲ ਦੇ ਵਿੱਚ। ਬੜਾ ਲੰਮਾ ਸਮਾਂ ਇਹਨਾਂ ਨੇ ਕੰਟਰੀਬਿਊਟ ਕੀਤਾ ਔਰ ਉਹਨਾਂ ਨੇ ਉਹਦੇ 'ਤੇ ਕਿਤਾਬ ਵੀ ਲਿਖੀ ਹੈ। ਔਰ ਸਿੱਖ ਪੋਲੀਟਿਕਸ 'ਤੇ ਜਿਹੜੀ ਕੰਟੈਂਪਰੇਰੀ ਸਿੱਖ ਪੋਲੀਟਿਕਸ ਹੈ ਪਿਛਲੇ 20-25 ਸਾਲ ਦੀ, ਉਹਦੇ 'ਤੇ ਉਹਨਾਂ ਦੀ ਬਹੁਤ ਅੱਛੀ ਪਕੜ ਹੈ। ਸੋ ਇੱਕ ਫੈਮਿਲੀ ਜਿਹੜੀ ਆਲਰੇਡੀ ਸਟਰਗਲ ਦੇ ਵਿੱਚ ਸੀ, ਉਸ ਫੈਮਿਲੀ ਨੂੰ ਇੱਕ ਹੋਰ ਤਮਗਾ ਮਾਣ ਮਿਲਿਆ ਕਿ ਉਹਦਾ ਬੱਚਾ ਸ਼ਹੀਦ ਹੋਇਆ। ਠੀਕ ਹੈ, ਉਹ ਸ਼ਹਾਦਤ ਜਿਹੜੀ ਹੈ ਫੈਮਿਲੀ ਲਈ ਪਰਸਨਲ ਲਾਸ ਹੁੰਦੀ ਹੈ, ਉਹਨਾਂ ਦਾ ਬੱਚਾ ਚਲਾ ਗਿਆ, ਪਰ ਨਾਲ ਦੇ ਨਾਲ ਇੱਕ ਮਾਣ ਵੀ ਮਿਲਦਾ ਹੈ ਕਿ ਤੁਹਾਡਾ ਬੱਚਾ ਇੱਕ ਐਸੇ ਅੰਦੋਲਨ ਦੇ ਵਿੱਚ ਜਿਹੜਾ ਕਿਸਾਨੀ ਅਤੇ ਕਿਸਾਨਾਂ ਦੇ ਲਈ ਲੜਿਆ ਜਾ ਰਿਹਾ ਉਹਦੇ ਵਿੱਚ ਸ਼ਹੀਦ ਹੋਇਆ। ਸੋ ਜਿੱਥੇ ਉਹਨਾਂ ਨੂੰ ਬੱਚੇ ਦਾ ਲਾਸ ਹੈ ਉੱਥੇ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਹੈ। ਇਸੇ ਕਰਕੇ ਤੁਸੀਂ ਉਹਨਾਂ ਦੀ ਅਗਰ ਸਪੀਚ ਸੁਣੀ ਹੋਵੇ ਤਾਂ ਉਹ ਕਹਿ ਰਹੇ ਨੇ ਕਿ ਜਿਹੜੇ ਬਹੁਤ ਸਾਰੇ ਨੌਜਵਾਨ ਅੱਜ ਨਵਰੀਤ ਦੀ ਸ਼ਹਾਦਤ 'ਤੇ ਮਾਣ ਕਰ ਰਹੇ ਨੇ ਔਰ ਇਸ ਸੰਘਰਸ਼ ਦੇ ਵਿੱਚ ਆਪਣੀ ਵਚਨਬੱਧਤਾ ਦੇ ਰਹੇ ਨੇ ਕਿ ਅਸੀਂ ਨਵਰੀਤ ਦੀ ਸ਼ਹਾਦਤ ਨੂੰ ਵਚਨਬੱਧ ਹੁੰਦਿਆਂ ਹੋਇਆਂ ਇਸ ਅੰਦੋਲਨ ਦੇ ਵਿੱਚ ਪਹਿਲੇ ਨਾਲੋਂ ਵੱਧ ਯੋਗਦਾਨ ਪਾਵਾਂਗੇ, ਅਤੇ ਉਹਦੇ ਨਾਲ ਉਹਨਾਂ ਨੂੰ ਇੱਕ ਸਕੂਨ ਵੀ ਮਿਲ ਰਿਹਾ। ਬਿਲਕੁਲ, ਇਹ ਤਸਵੀਰ ਖਿਚਵਾਉਣ ਦਾ ਵੀ ਇੱਕ ਇਹ ਵੀ ਸਿੰਬਲ ਹੈਗਾ। ਮੇਰੇ ਬੱਚੇ ਦੀ ਸ਼ਹਾਦਤ ਤੋਂ ਬਾਅਦ ਨੌਜਵਾਨ, ਮੇਰਾ ਬੱਚਾ ਜਿਹੜੀ ਸ਼ਹਾਦਤ ਦੇ ਕੇ ਗਿਆ, ਉਹ ਬਹੁਤ ਸਾਰੇ ਹੋਰ ਨੌਜਵਾਨਾਂ ਦੇ ਵਿੱਚ ਇੱਕ ਜਗਿਆਸੂ ਭਰ ਗਿਆ, ਇੱਕ ਜੁਝਾਰੂਪੁਣਾ ਭਰ ਗਿਆ ਕਿ ਅਸੀਂ ਵੀ ਇਸੇ ਤਰ੍ਹਾਂ ਅੰਦੋਲਨ ਦੇ ਵਿੱਚ ਆਪਣਾ ਇੱਕ ਕੰਟਰੀਬਿਊਸ਼ਨ ਪਾਉਣਾ ਹੈ। ਸੋ ਇੱਕ ਉਹਨਾਂ ਨੂੰ ਤਸੱਲੀ ਹੈ ਕਿ ਮੇਰੇ ਬੱਚੇ ਦੀ ਸ਼ਹਾਦਤ ਅੰਜਾਈ ਨਹੀਂ ਗਈ। ਅੰਜਾਈ ਜਦੋਂ ਆਪਾਂ ਕਹਿੰਦੇ ਹਾਂ ਨਾ, ਸ਼ਹਾਦਤਾਂ ਕਦੀ ਅੰਜਾਈ ਨਹੀਂ ਜਾਂਦੀਆਂ। ਸਟਰਗਲ ਲੰਬੇ ਹੋ ਜਾਂਦੇ ਨੇ, ਜਿਹੜੇ ਉਹਦੇ ਵਿੱਚੋਂ ਅਸੀਂ ਆਊਟਕਮ ਕੱਢਣੇ ਹੁੰਦੇ ਨੇ, ਜਿਹੜੇ ਰਿਜ਼ਲਟ ਕੱਢਣੇ ਹੁੰਦੇ ਨੇ, ਉਹ ਤਾਂ ਇੱਕ ਸਮੇਂ ਬਾਅਦ ਹੀ ਪਤਾ ਲੱਗਦਾ ਹੈ। ਜਦੋਂ ਇਹ ਅੰਦੋਲਨ ਜਿੱਤ ਕੇ ਵਾਪਸ ਜਾਏਗਾ ਅਤੇ ਇਹ ਸ਼ਹਾਦਤਾਂ ਦਾ ਜਿਹੜਾ ਇੱਕ ਆਪਣਾ ਇੱਕ ਉਸ ਫੈਮਿਲੀ ਨੂੰ ਔਰ ਉਸ ਅੰਦੋਲਨ ਕਰਨ ਵਾਲੇ ਸੰਚਾਲਕਾਂ ਨੂੰ ਅਤੇ ਅੰਦੋਲਨ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ, ਸਾਰਿਆਂ ਨੂੰ ਉਹਦੇ 'ਤੇ ਮਾਣ ਹੋਏਗਾ ਕਿ ਅਸੀਂ ਵੀ ਉਸ ਅੰਦੋਲਨ ਦਾ ਹਿੱਸਾ ਸੀ ਜਿਸ ਵਿੱਚ ਨਵਰੀਤ ਦੀ ਸ਼ਹਾਦਤ ਹੋਈ। ਸੋ ਅਜੇ ਅੰਦੋਲਨ ਖਤਮ ਨਹੀਂ ਹੋਇਆ। ਸ਼ਹਾਦਤਾਂ ਦਾ ਦੌਰ ਵੀ ਕਿਤੇ ਨਵਰੀਤ ਨਾ ਪਹਿਲਾ ਸ਼ਹੀਦ ਹੈ ਨਾ ਆਖਰੀ ਸ਼ਹੀਦ ਹੈ। ਸੋ ਇਹ ਸ਼ਹਾਦਤਾਂ ਦਾ ਦੌਰ ਤੇ ਚੱਲਿਆ ਆ ਰਿਹਾ। ਅਸੀਂ ਦੇਖਿਆ ਆਪਣੇ ਅੱਖਾਂ ਨਾਲ, ਜਿਨ੍ਹਾਂ ਨੂੰ ਸ਼ਾਮ ਨੂੰ ਮਿਲਦੇ ਸੀ ਸਵੇਰੇ ਉਹਨਾਂ ਦੀ ਫੋਟੋ ਅਖਬਾਰ ਦੇ ਵਿੱਚ ਲੱਗੀ ਹੁੰਦੀ ਸੀ ਕਿ ਉਹ ਫਲਾਣੀ ਜਗ੍ਹਾ 'ਤੇ ਮੁਕਾਬਲੇ 'ਚ ਸ਼ਹੀਦ ਹੋ ਗਿਆ। ਸੋ ਇਹ ਸ਼ਹਾਦਤਾਂ ਦਾ ਦੌਰ ਤੇ ਚੱਲਿਆ ਆ ਰਿਹਾ। ਜਦ ਤੱਕ ਕੌਮਾਂ ਜਿਉਂਦੀਆਂ ਜਾਗਦੀਆਂ ਨੇ ਔਰ ਜਦੋਂ ਤੱਕ ਉਹਨਾਂ ਨੇ ਹੱਕਾਂ ਲਈ, ਅਨਿਆਏ ਲਈ, ਇਨਜਸਟਿਸਿਸ ਲਈ ਲੜਨਾ ਹੈ, ਫਰੀडम ਲਈ ਲੜਨਾ ਹੈ, ਅਤੇ ਸ਼ਹਾਦਤਾਂ ਹੋਣੀਆਂ ਨੇ। ਸਰਕਾਰਾਂ ਹੀ ਹਮੇਸ਼ਾ ਮਤਲਬ ਜ਼ੁਲਮ ਕਰਦੀਆਂ ਨੇ, ਜ਼ਬਰ ਕਰਦੀਆਂ ਨੇ। ਔਰ ਜਿਵੇਂ ਰਮਨ ਜੀ ਨੇ ਆਪਣੀ ਸਪੀਚ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਜ਼ਬਰ ਦਾ ਮੁਕਾਬਲਾ ਇਹੀ ਹੁੰਦਾ ਹੈ। ਉਹਨਾਂ ਦੇ ਜ਼ਬਰ ਦਾ ਮੁਕਾਬਲਾ ਇਹੀ ਮਤਲਬ ਇੱਕ ਜੁਝਾਰੂਪੁਣੇ ਨਾਲ ਹੀ ਹੁੰਦਾ, ਅਤੇ ਜਦੋਂ ਤੁਸੀਂ ਜੁਝਾਰੂਪੁਣਾ ਦਿਖਾਓਗੇ ਤਾਂ ਸ਼ਹਾਦਤਾਂ ਹੋਣਗੀਆਂ। ਬਿਲਕੁਲ, ਮੇਰੇ ਨਾਲ ਕਨੂਪ੍ਰਿਆ ਮੌਜੂਦ ਨੇ। ਕਨੂਪ੍ਰਿਆ ਤਕਰੀਰ ਦੇ ਰਹੇ ਸੀਗੇ ਕਿ ਅੱਜ ਨਹੀਂ ਤਾਂ ਕੱਲ੍ਹ, ਕਦੇ ਨਾ ਕਦੇ ਤਾਂ ਮੁੱਲ ਤਾਂ ਪਊਗਾ ਹੀ ਪਊਗਾ।
ਇਹੀ ਗੱਲ ਹੈ ਜੀ, ਅਸੀਂ ਭਗਤ ਸਿੰਘ ਨੂੰ ਵੇਖਦੇ ਹੈਗੇ ਆ। ਭਗਤ ਸਿੰਘ ਦੀ ਕੁਰਬਾਨੀ 31 ਦੇ ਵਿੱਚ ਹੋ ਜਾਂਦੀ ਹੈ, ਆਜ਼ਾਦ ਦੇਸ਼ ਹੁੰਦਾ 47 ਦੇ ਵਿੱਚ ਜਾ ਕੇ। ਔਰ ਜਿਹੜੀ ਸ਼ਾਇਦ ਜਿਸ ਚੀਜ਼ ਦੀ ਉਹਨਾਂ ਨੇ ਕਲਪਨਾ ਕੀਤੀ ਸੀਗੀ, ਜਿਹੋ ਜਿਹੇ ਦੇਸ਼ ਦੀ, ਜਿਹੋ ਜਿਹੀ ਸੱਭਿਅਤਾ ਦੀ, ਉਹ ਸ਼ਾਇਦ ਹਲੇ ਵੀ ਨਹੀਂ ਬਣ ਪਾਈ ਹੈਗੀ ਆ। ਸਾਡੇ ਵੀਰ ਸ਼ਹੀਦ ਹੋ ਰਹੇ ਨੇ ਬਾਰ-ਬਾਰ। ਇੱਕ ਤਰੀਕੇ ਨਾਲ 26 ਜਨਵਰੀ ਦੀ ਜਦੋਂ ਘਟਨਾ ਹੋਈ ਸੀ, ਥੋੜਾ ਜਿਹਾ ਮਨ ਨੂੰ ਤੁਹਾਨੂੰ ਵੀ ਲੱਗਿਆ ਸੀਗਾ ਕਿ ਤੁਹਾਡਾ ਜਿੱਦਾਂ ਨੌਜਵਾਨਾਂ ਦੇ ਵਿੱਚ ਇੱਕ ਇਸ ਤਰੀਕੇ ਦੀ ਇੱਕ ਕਹਿ ਲਓ ਕਿ ਇਨਸਿਕਿਉਰਿਟੀ ਜੀ ਫੀਲ ਹੋਈ ਸੀ ਵੀ ਸਾਡੇ ਪਿੱਛੇ ਕੋਈ ਖੜ ਨਹੀਂ ਰਿਹਾ? ਜੀ ਬਿਲਕੁਲ, ਜਿਵੇਂ ਮਤਲਬ ਸੰਘਰਸ਼ ਇੱਕ ਅਗਵਾਈ ਦੇ ਹੇਠ ਚੱਲ ਰਿਹਾ ਆ ਤੇ ਉਸੇ ਵਿੱਚੋਂ ਹੀ ਅਸੀਂ 26 ਨਵੰਬਰ ਨੂੰ ਅੱਗੇ ਵਧਦੇ ਹਾਂ, 26 ਜਨਵਰੀ ਨੂੰ ਅੱਗੇ ਜਾਂਦੇ ਹਾਂ। ਤੇ 26 ਜਨਵਰੀ ਨੂੰ ਵੀ ਜਦੋਂ ਵਾਪਸ ਆਉਂਦੇ ਹਾਂ ਦਿੱਲੀ ਦੇ ਲਾਲ ਕਿਲੇ ਤੋਂ, ਅਸੀਂ ਮਤਲਬ ਇਹ ਮਹਿਸੂਸ ਕੀਤਾ ਕਿ ਇੱਕਦਮ ਤੋਂ ਹੀ ਇੱਕ ਡਿਸਓਨਿੰਗ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ। ਤਾਂ ਇੱਕ ਡਰ ਤਾਂ ਬੰਦਾ ਪਹਿਲਾਂ ਹੀ ਕੱਢ ਕੇ ਆਇਆ ਹੁੰਦਾ ਆ ਵੀ ਆਪਾਂ ਆਪਣੇ ਰਾਈਟਸ ਲਈ ਲੜ ਰਹੇ ਹਾਂ ਤੇ ਕਲੈਕਟਿਵਲੀ ਲੜ ਰਹੇ ਹਾਂ। ਤੇ ਜਦੋਂ ਉਸ ਕਲੈਕਟਿਵ ਦੇ ਅੰਦਰੋਂ ਵੀ ਤੁਹਾਨੂੰ ਇੱਕ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਹੋਵੇ, ਤਾਂ ਫਿਰ ਨੌਜਵਾਨ, ਮੈਨੂੰ ਲੱਗਦਾ ਉਸ ਸਮੇਂ ਕਈ ਸੀਗੇ ਕਿ ਜਿਹੜੇ ਮੋਰਚਿਆਂ ਤੇ ਖੜੇ ਥੋੜਾ ਇੱਕ ਟਾਈਮ ਤੇ ਫਿਰ ਤੋਂ ਵਿਚਾਰਨ ਲੱਗ ਗਏ ਕਿ ਇਹ ਸਭ ਹੋ ਕੀ ਰਿਹਾ ਆ। ਉਹਦੇ ਵਿੱਚੋਂ ਜਦੋਂ ਨਵਰੀਤ ਦੀ ਸ਼ਹਾਦਤ ਸਾਡੇ ਸਾਹਮਣੇ ਆਉਂਦੀ ਹੈ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਵੀ ਇਹ ਸ਼ਹਾਦਤ ਇੱਕ ਮਤਲਬ ਬੀਜ ਵਾਂਗੂ ਆਉਂਦੀ ਹੈ ਵੀ ਜਿਹਦਾ ਜਿਹੜਾ ਰੁੱਖ ਆ ਉਹ ਅੱਗੇ ਬਹੁਤ ਲੋਕਾਂ ਨੂੰ, ਬਹੁਤ ਨਸਲਾਂ ਨੂੰ ਮਤਲਬ ਜਿਹੜਾ ਹੈਗਾ ਆ ਉਹ ਇੱਕ ਛਾਂ ਬਖਸ਼ੂਗਾ। ਤੇ ਉਹਦੀਆਂ ਟਾਹਣੀਆਂ ਬਣਨ ਦੀ ਜ਼ਿੰਮੇਵਾਰੀ ਅੱਗੇ ਇੱਥੇ ਮੌਜੂਦ ਨੌਜਵਾਨੀ ਦੀ ਹੈ ਕਿ ਅਸੀਂ ਉਸ ਨੂੰ ਹੀ ਕੈਰੀ ਫਾਰਵਰਡ ਕਰੀਏ, ਨਾ ਕਿ ਉਸ ਨੂੰ ਛੱਡੀਏ, ਬਲਕਿ ਉਸੇ ਦੀ ਉਦਾਹਰਨ ਦੇ ਉੱਤੇ ਆਪਣੇ ਮੋਰਚੇ ਨੂੰ ਫਤਿਹ ਕਰਾਉਣ ਵੱਲ ਨੂੰ ਵਧੀਏ। ਤੇ ਇਹਦੇ ਵਿੱਚ ਸਿਰਫ ਨੌਜਵਾਨਾਂ ਦੀ ਗੱਲ ਨਹੀਂ ਹੈ, ਬਲਕਿ ਜਿੰਨੇ ਵੀ ਤਮਾਮ ਲੋਕ ਉੱਥੇ ਪਹੁੰਚੇ, 26 ਤਰੀਕ ਦੀ ਕਾਲ ਨੂੰ ਰਿਸਪੌਂਡ ਕੀਤਾ, ਜਿਸ ਤਰੀਕੇ ਨਾਲ ਸਟੇਜ ਤੋਂ ਦਾਅਵੇ ਕੀਤੇ ਗਏ ਉਸੇ ਮੁਤਾਬਿਕ ਰਿਸਪੌਂਡ ਕੀਤਾ, ਇਹ ਉਹਨਾਂ ਦਾ ਹੀ ਇੱਕ ਵੱਡਾ ਹੌਸਲਾ ਵਾ ਵੀ ਜਿਹੜਾ ਹਜੇ ਤੱਕ ਮੋਰਚੇ ਨੂੰ ਇੱਕ ਡਿਟਰਮਿੰਡ ਐਫਰਟ ਦੇ ਨਾਲ ਇੱਥੇ ਲਗਾ ਕੇ ਅੜਿਆ ਹੋਇਆ ਆ। ਮਤਲਬ ਜਿਸ ਵਿੱਚ ਉਹ ਕੋਈ ਵੀ ਸੋਧ, ਕੋਈ ਵੀ ਤਰ੍ਹਾਂ ਦਾ ਅਮੈਂਡਮੈਂਟ ਨੂੰ ਉਹ ਕਬੂਲਣ ਨੂੰ ਤਿਆਰ ਨਹੀਂ ਆ, ਕਿਉਂਕਿ ਇਹ ਲੜਾਈ ਸ਼ੁਰੂ ਤੋਂ ਹੀ ਕਿਸੇ ਕੰਪਰੋਮਾਈਜ਼ ਦੀ ਲੜਾਈ ਦੇ ਰੂਪ ਵਿੱਚ ਨਹੀਂ ਸ਼ੁਰੂ ਹੋਈ ਸੀ। ਇਹਦਾ ਨੇਚਰ ਉਸ ਤਰੀਕੇ ਦਾ ਨਹੀਂ ਸੀਗਾ। ਇਹ ਬਹੁਤ ਹੀ ਡਿਟਰਮਿੰਡ ਹੋ ਕੇ, ਬਹੁਤ ਹੀ ਇੱਕ ਸਾਫ਼ ਤੌਰ ਤੇ, ਕਿਉਂਕਿ ਨੌਜਵਾਨ ਉਸ ਸਟੇਜ ਤੇ ਖੜਾ ਕਿ ਜਿਸ ਤੇ ਉਹਨੇ ਚੂਜ਼ ਕਰਨਾ ਆ, ਮਤਲਬ ਉਹਦੇ ਕੋਲ ਆਪਸ਼ਨਸ ਹੈਗੇ ਨੇ ਵੀ ਉਹ ਜਾਂ ਤਾਂ ਉਹੀ ਸਲੇਵਰੀ ਚੂਜ਼ ਕਰੇ ਜਿਹਦੇ ਚੋਂ ਗੁਲਾਮੀ ਹੈ, ਉਸੇ ਸੈੱਟ ਪੈਟਰਨ ਦੇ ਉੱਤੇ ਚੱਲੇ, ਜਾਂ ਫਿਰ ਇਸ ਲੜਾਈ ਦੇ ਵਿੱਚੋਂ ਕੁਝ ਇੱਕ ਉਮੀਦ ਦੇਖ ਸਕੇ ਅੱਗੇ ਸੋਹਣੇ ਸਮਾਜ ਦੀ ਕਿ ਜਿਹਦੇ ਵਿੱਚ ਉਹਦੀ ਥੋੜੀ ਬਿਹਤਰ ਪੋਜੀਸ਼ਨ ਹੋ ਸਕਦੀ ਆ, ਹੈ ਨਾ। ਤੇ ਇਸ ਸੰਘਰਸ਼ ਦੇ ਅੰਦਰੋਂ ਮਤਲਬ ਉਹ ਸਾਰਾ ਪੋਲੀਟੀਕਲ ਸਿਨੈਰੀਓ ਜਦੋਂ ਆਪਰੇਟ ਕਰਦਾ ਆ ਤਾਂ ਉਹਦੇ 'ਚ ਅੱਗੇ ਇੱਕ ਵੱਡੀ ਜ਼ਿੰਮੇਵਾਰੀ ਆ ਸਾਡੀ ਵੀ ਅਸੀਂ ਇੱਕ ਹੋ ਕੇ ਚੱਲੀਏ ਤੇ ਮੋਰਚੇ ਨੂੰ ਵੀ ਉੱਦਾਂ ਹੀ ਲੀਡ ਕਰੀਏ ਵੀ ਜਿਹੜਾ ਜਿੱਤ ਵੱਲ ਨੂੰ ਲੈ ਕੇ ਜਾ ਸਕੇ ਸਾਨੂੰ, ਨਾ ਕਿ ਕਿਸੇ ਵੀ ਨਿਰਾਸ਼ਾ ਵੱਲ ਨੂੰ ਲੈ ਕੇ ਜਾ ਸਕੇ ਜਿਸ 'ਚ ਅਸੀਂ ਭੁੱਲ ਜਾਈਏ ਕਿ ਇਹ ਦਿਨ ਕਿੱਦਾਂ ਬਤੀਤ ਹੋਏ ਸੀ ਤੇ ਕਿੱਦਾਂ ਖਤਮ ਹੋਏ ਸੀ। ਸਾਨੂੰ ਇਹਨਾਂ ਦਾ ਮਤਲਬ ਜਿਹੜਾ ਅੰਤ ਹੈਗਾ ਉਹ ਖੁਦ ਡਿਸਾਈਡ ਕਰਨਾ ਹੋਊਗਾ। ਮੈਂ ਇੰਨਾ ਕੁ ਤਾਂ ਸਾਡੇ ਹੱਥ 'ਚ ਹੈਗਾ, ਸਰਕਾਰਾਂ ਦੇ ਹੱਥ 'ਚ ਬਹੁਤ ਕੁਝ ਹੈਗਾ ਆ, ਪਰ ਐਟਲੀਸਟ ਲੜਾਈ ਲੜਨ ਦਾ ਜਜ਼ਬਾ ਤਾਂ ਲੋਕਾਂ ਦੇ ਵਿੱਚ ਆਪ ਖੁਦ ਵਿੱਚ ਹੀ ਹੁੰਦਾ ਆ, ਤੇ ਉਹ ਅਸੀਂ ਜਿੰਨਾ ਖੁਦ ਦੇ ਅੰਦਰ ਬਿਲਡ ਕਰੀਏ, ਆਪਸੀ ਮਤਭੇਦਾਂ ਨੂੰ ਖਤਮ ਕਰਦੇ ਹਾਂ, ਉਨਾ ਹੀ ਵਧੀਆ ਰਹੇਗਾ। ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਦੁਬਾਰਾ ਵੀ ਜੁੜਾਂਗੇ, ਪਰ ਹੁਣ ਇਸ ਵਕਤ ਜਿਹੜਾ ਟੌਪਿਕ ਚੱਲ ਰਿਹਾ ਹੈਗਾ ਉਹ ਹੈਗਾ ਨਵਰੀਤ ਦਾ। ਦੋਸਤੋ ਰਮਨ ਵੀ ਜੁੜੇ ਹੋਏ ਨੇ। ਰਮਨ ਭਾਜੀ ਹੋ ਰਹੀ ਅੱਗੇ ਵੀ ਜੁੜਦੇ ਰਹੇ ਨੇ, ਪਹਿਲਾਂ 26 ਜਨਵਰੀ ਤੋਂ ਪਹਿਲਾਂ ਸਰਗਰਮ ਬਹੁਤ ਜ਼ਿਆਦਾ ਸੀਗੇ ਸਟੂਡੈਂਟ ਮੈਂ ਦੇਖਿਆ, ਤੇ 26 ਜਨਵਰੀ ਤੋਂ ਬਾਅਦ ਜਿਸ ਤਰੀਕੇ ਨਾਲ ਥੋੜ੍ਹਾ ਜਿਹਾ ਜਿਵੇਂ ਮੈਂ ਗੱਲ ਕੀਤੀ, ਥੋੜ੍ਹੀ ਜਿਹੀ ਗਿਰਾਵਟ ਜ਼ਰੂਰ ਮਹਿਸੂਸ ਹੋਈ ਸੀ। ਨੌਜਵਾਨ ਇਹੀ ਕਹਿ ਰਹੇ ਨੇ ਕਿ ਸਾਡੀ ਤਕਰੀਰ ਨਹੀਂ ਕੋਈ ਸੁਣ ਰਿਹਾ। ਜੇ ਅਸੀਂ ਆਗੂਆਂ ਕੋਲ ਜਾਂਦੇ ਆ ਤਾਂ ਉਹ ਇਹ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੀ ਜਥੇਬੰਦੀ ਦੇ ਨਾਲ ਸੰਬੰਧਿਤ ਹੈਗੇ ਹੋ, ਤਾਂ ਇੱਕ ਤਰੀਕੇ ਨਾਲ ਜਿਹੜਾ ਲਾਵਾ ਸੀਗਾ ਉਹਨੂੰ ਮੁਹਾਨਾ ਨਹੀਂ ਮਿਲ ਰਿਹਾ ਸੀਗਾ ਜਵਾਲਾਮੁਖੀ ਦਾ, ਵੀ ਕਿੱਥੇ ਨੂੰ ਜਾਈਏ। ਨਾ ਤਾਂ ਮੀਡੀਆ ਕੋਈ ਗੱਲ ਕਰਦਾ ਸੀ, ਜੇ ਮੀਡੀਆ ਕੋਈ ਗੱਲ ਕਰੇ ਤਾਂ ਉਹ ਕਹਿੰਦੇ ਸੀ ਕਿ ਤੁਸੀਂ ਮੋਰਚੇ ਤੋੜਨ ਵਾਲੀ ਗੱਲ ਕਰਦੇ ਹੋ। ਸੋ ਮੀਡੀਆ ਵੀ ਡਰਿਆ ਹੋਇਆ ਸੀਗਾ, ਨੌਜਵਾਨਾਂ ਦੀ ਕੋਈ ਗੱਲ ਸੁਣ ਨਹੀਂ ਰਿਹਾ ਸੀਗਾ। ਹੁਣ ਲੱਗਦਾ ਜਿਸ ਤਰੀਕੇ ਨਾਲ ਥੋੜ੍ਹੀਆਂ ਗੱਲਾਂ, ਕਿਉਂਕਿ ਦੇਖੋ ਗਲਤੀਆਂ ਤਾਂ ਹਰ ਇੱਕ ਇਨਸਾਨ ਕਰ ਸਕਦਾ ਹੈ ਨਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਹੁੰਦਾ ਹੈਗਾ। ਤੇ ਜੇਕਰ ਕਿਸੇ ਕੋਲ ਗਲਤੀਆਂ ਹੋ ਰਹੀਆਂ ਨੇ ਤੇ ਉਹਦੀ ਅਸੀਂ ਡਿਸਕਸ਼ਨ ਕਰਾਂਗੇ ਤਾਂ ਉਹ ਗਲਤ ਨਹੀਂ ਹੈਗਾ। ਦੇਖੋ ਜਿਹੜਾ ਵੀ ਬੰਦਾ ਕੁਝ ਕਰੂਗਾ ਉਹ 'ਚ ਗਲਤੀ ਹੋਣ ਦੇ ਅਸਾਰ ਰਹਿੰਦੇ ਨੇ। ਗਲਤੀ ਉਹੀ ਕਰਦਾ ਹੁੰਦਾ ਜਿਹੜਾ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ। ਤਾਂ ਮਤਲਬ ਗਲਤੀ ਬੜਾ ਵੱਡਾ ਮਸਲਾ ਨਹੀਂ ਹੁੰਦੀ, ਗਲਤੀ ਮੰਨਣਾ ਜ਼ਿਆਦਾ ਜ਼ਰੂਰੀ ਹੁੰਦਾ। ਮਤਲਬ ਜਿਵੇਂ ਜਦੋਂ ਆਪਾਂ 26 ਦੇ ਕੰਟੈਕਸਟ 'ਚ ਗੱਲ ਕਰਦੇ ਹਾਂ, ਮਤਲਬ ਸਾਡੇ ਵਰਗੇ ਸੱਜਣ ਆਪਣੀਆਂ ਬਹੁਤ ਸਾਰੀਆਂ ਗਲਤੀਆਂ ਜੰਨਤ ਕਰਦੇ ਨੇ ਵੀ ਚੀਜ਼ਾਂ ਬਿਹਤਰ ਕਿਵੇਂ ਕਰੀਆਂ ਜਾ ਸਕਦੀਆਂ ਸੀ, ਹੈ ਨਾ। ਮਤਲਬ ਠੀਕ ਆ, ਅੱਗੇ ਜਾਣਾ ਅਸੀਂ, ਸਾਡਾ ਵੀ ਫੈਸਲਾ ਸੀ ਵੀ ਅੱਗੇ ਜਾਣਾ, ਅੱਗੇ ਜਾਣ 'ਚ ਹੋਰ ਕਿਵੇਂ ਕੋਸ਼ਿਸ਼ ਹੋਇਆ ਜਾ ਸਕਦੀ। ਇੱਕ ਤਾਂ ਅਸੀਂ ਆਪਣੀਆਂ ਗਲਤੀਆਂ ਜੰਨਤ ਕਰਦੇ ਹਾਂ, ਉਵੇਂ ਹੀ ਅਸੀਂ ਮਤਲਬ ਲੀਡਰਸ਼ਿਪ ਤੋਂ ਵੀ ਉਮੀਦ ਕਰਦੇ ਹਾਂ। ਮਤਲਬ ਦਰਅਸਲ ਨਾ ਇਹ ਸਮਾਜ ਸਾਡਾ ਜਿਵੇਂ ਦਾ ਬਣਿਆ ਹੋਇਆ, ਇਹ 'ਚ ਨਾ ਮਤਲਬ ਇੱਕ ਐਵੇਂ ਦੀ ਇਮੇਜ ਬਣਾਉਣ ਦਾ ਹੁੰਦਾ ਵੀ ਯਾਰ ਵੀ ਇਹ ਬੰਦਾ ਸਭ ਤੋਂ ਸਿਰਾ, ਤੇ ਸਭ ਤੋਂ ਸਿਰੇ ਤੇ ਫਿਰ ਇਹ ਜ਼ਰੂਰੀ ਹੁੰਦਾ ਵੀ ਉਹ ਗਲਤੀ ਨਹੀਂ ਕਰੂਗਾ। ਮਤਲਬ ਇਹ ਡੈਮੋਕ੍ਰੈਟਿਕ ਸਮਾਜ 'ਚ ਕਦੇ ਨਹੀਂ ਹੁੰਦਾ। ਜਿਹਨੇ ਗਲਤੀਆਂ ਕਰੀਆਂ ਉਹ ਗਲਤੀਆਂ ਮੰਨ ਕੇ ਅੱਗੇ ਹੁੰਦਾ। ਜਿਵੇਂ ਜਿਹੜਾ ਨੌਜਵਾਨਾਂ ਦੇ ਦੂਰ ਹੋਣ ਦਾ ਮਸਲਾ ਵੀ ਸੀਗਾ, ਜਾਂ ਦੂਰ ਹੋਏ ਕਿੰਨਾ ਹੋਏ ਅੱਡ ਮਸਲਾ, ਜਿਹਨੂੰ ਅਸੀਂ ਕਹੀਏ ਵੀ ਜਿਹੜੀ ਬਹਿਸ ਆ ਸਾਰੀ ਉਹ 'ਚ ਜਿਵੇਂ ਕਲਿੰਚੇ ਦੇ ਨਾਲ ਹੁੰਦੀ ਹੈ, ਜਦੋਂ ਮਤਲਬ ਜਾ ਕੇ ਨਵਰੀਤ ਦੀ ਫੋਟੋ ਸਟੇਜ 'ਤੇ ਲੱਗ ਗਈ,
ਮਤਲਬ ਉਸ ਤੋਂ ਬਾਅਦ ਚੋਂ ਨਵਰੀਤ ਦੇ ਪਰਿਵਾਰ ਨੂੰ ਬੁਲਾ ਕੇ ਮਤਲਬ ਹਨਾ ਵੀ ਜਿਹੜਾ ਆਪਾਂ ਕਹਿੰਦੇ ਵੀ ਸ਼ਹੀਦੀ ਸਮਾਗਮ ਉਹਦਾ ਕਰ ਜਾਂਦਾ, ਉਹਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਜਾਂਦੀ ਆ। ਮਤਲਬ ਇਹਨੇ ਇੱਕ ਵਾਰੀ ਉਹ ਚੀਜ਼ ਨੂੰ ਕਿਤੇ ਨਾ ਕਿਤੇ ਪੁਸ਼ ਕਰਿਆ ਯਾਰ ਵੀ ਹਾਂ ਜਦੋਂ ਇੱਧਰੋਂ ਪੁਸ਼ ਵੱਜੂਗਾ ਤਾਂ ਗੱਲ ਮੰਨੀ ਜਾ ਸਕਦੀ ਆ, ਗੱਲ ਪਹੁੰਚਾਈ ਜਾ ਸਕਦੀ ਆ। ਮੈਂ ਇੱਕ ਸੈਕਸ਼ਨ ਹਲੇ ਵੀ ਮਤਲਬ ਮੈਨੂੰ ਲੱਗਦਾ ਉਦੋਂ ਬਾਅਦ ਵੀ ਉਹੀ ਜਿਹੀਆਂ ਗੱਲਾਂ ਬੋਲਿਆ, ਜਿਵੇਂ ਮਹਾਰਾਜ ਵਾਲੀ ਜਿਹੜੀ ਰੈਲੀ ਆ ਹੁਣ ਉਹ ਬੇਸਿਕਲੀ ਲੱਖਾ ਉਹਦੇ ਸੈਂਟਰ 'ਚ ਆ। ਜੇ ਤੁਸੀਂ ਲੱਖੇ ਦੀ ਤਕਰੀਰ ਸੁਣੋਗੇ ਤਾਂ ਲੱਖਾ ਉਹ 'ਚ ਕੋਈ ਘੱਟੋ ਘੱਟ ਇਹੋ ਜਿਹੀ ਗੱਲ ਨਹੀਂ ਬੋਲ ਰਿਹਾ ਜਿਹੜੀ ਮਤਲਬ ਮੋਰਚੇ ਦੀ ਏਕਤਾ ਦੇ ਕੋਈ ਸਵਾਲ ਵੀ ਲਾਉਂਦੀ ਹੋਵੇ। ਪਰ ਇੱਥੋਂ ਜਿਹੜੀ ਮੋਰਚੇ ਤੋਂ ਮਤਲਬ ਬੋਲੀ ਜਾ ਰਹੀ ਉਹ ਫਿਰ ਸਮੱਸਿਆਨਕ ਆ। ਮਤਲਬ ਹੁਣ ਤਾਂ ਇਹ ਮੈਨੂੰ ਲੱਗਦਾ ਲੀਡਰਸ਼ਿਪ ਦੇ ਹੱਥ 'ਚ ਆ ਕਿ ਨੌਜਵਾਨਾਂ ਨੂੰ ਕੌਨਫੀਡੈਂਸ 'ਚ ਲੈਣਾ ਕਿਵੇਂ ਆ। ਮੈਂ ਨੌਜਵਾਨ ਥੋੜ੍ਹੇ ਤੋਂ ਇਹ ਥੋੜ੍ਹੀ ਕਹਿ ਰਹੇ ਨੇ ਯਾਰ ਵੀ ਸਾਨੂੰ ਕਮਾਂਡ ਸੁਣਾਉਂਦੇ, ਤਾਂ ਕੋਈ ਵੀ ਨਹੀਂ ਕਹਿ ਰਿਹਾ। ਤੁਸੀਂ ਇਹ ਮੰਨਦੇ ਹੋ ਕਿ ਜਿਸ ਤਰੀਕੇ ਨਾਲ ਉੱਥੋਂ ਕਮੈਂਟ ਹੋ ਜਾਂਦੇ ਆ, ਸਟੇਜ ਤੋਂ ਕਮੈਂਟ ਹੋ ਜਾਂਦੇ ਆ, ਉੱਥੇ ਕੋਈ ਵੀ ਕਮੈਂਟ ਕਰ ਸਕਦਾ ਕਿਸ ਤਰੀਕੇ ਦੇ ਨਾਲ ਵੀ। ਜੇ ਕੋਈ ਦੂਜਾ ਕੋਈ ਕਰਦੇ ਕਮੈਂਟ, ਉਹ ਕਹਿੰਦੇ ਤੁਸੀਂ ਮੋਰਚੇ ਤੋੜਨ ਵਾਲੀ ਗੱਲ ਕਰਦੇ ਹੋ। ਮੈਂ ਸਤਨਾਮ ਸਿੰਘ ਅਜਨਾਲਾ ਜਮਹੂਰੀ ਕਿਸਾਨ ਸਭਾ 32 ਚੋਂ ਮਤਲਬ ਇੱਕ ਜਿਹੜੇ ਬੜੇ ਅੰਗ ਗਿਣੇ ਆ ਉਹਨਾਂ ਦੇ ਪ੍ਰਧਾਨ ਨੇ, ਉਹ ਕਮੈਂਟ ਕਰ ਰਹੇ ਨੇ। ਹੁਣ ਸਤਨਾਮ ਸਿੰਘ ਅਜਨਾਲਾ ਦੀ ਬਜਾਏ ਕਿਸੇ ਮਤਲਬ ਮੇਰੇ ਵਰਗੇ ਨੇ ਕਮੈਂਟ ਕਰਿਆ, ਉਹਨੂੰ ਫੜ ਕੇ ਸਟੇਜ ਤੋਂ ਉਤਾਰ ਲੈਂਦੇ ਉਹ। ਮਤਲਬ ਇਹ ਤਾਂ ਫਰਕ ਹੈਗਾ ਹੀ ਆ। ਮਤਲਬ ਆਪਾਂ ਸਿਰਫ ਇੰਨਾ ਕਿ ਕਹਿ ਰਹੇ ਹਾਂ ਕਿ ਯਾਰ ਇੰਨੀ ਕਿ ਉਮੀਦ ਕਰਦੇ ਹਾਂ ਵੀ ਜਿਹੜੀ ਉੱਥੋਂ ਗੱਲ ਬੋਲਦੇ ਹੋ ਘੱਟੋ ਘੱਟ ਤੋਲ ਕੇ ਬੋਲਿਆ ਕਰੋ। ਉਹਦੇ ਅਸਰ ਫਿਰ ਬਾਅਦ ਚੋਂ ਜਦੋਂ ਪੈਂਦੇ ਨੇ, ਜਦੋਂ ਕੋਈ ਅੱਗੋਂ ਤੇ ਰਿਟੈਲੀਏਟ ਕਰਦਾ ਉਹਦੇ ਤੇ ਰੌਲਾ ਪਾ ਲੈਂਦੇ ਹੋ। ਮਤਲਬ ਜਾਂ ਤਾਂ ਕੋਈ ਇਹੋ ਜਿਹੇ ਪਲੇਟਫਾਰਮ ਬਣਾ ਲਓ ਵੀ ਜਿੱਥੇ ਯਾਰ ਜਿਵੇਂ ਹੁਣ ਆਹੀ ਗੱਲ ਆ ਯਾਰ ਬੇਟਾ ਜਥੇਬੰਦੀ ਨਾਲ ਜੁੜਿਆ ਨੌਜਵਾਨ ਨਹੀਂ, 26 ਨੂੰ ਇਹਨਾਂ ਨੇ ਹੁਣ ਉਹ ਮਨਾਇਆ ਵੀ ਨੌਜਵਾਨ ਕਿਸਾਨ ਦਿਵਸ, ਉਹ 'ਚ ਜਿਹੜੇ ਬੰਦੇ ਬਿਨਾਂ ਕਿਸਾਨ ਜਥੇਬੰਦੀਆਂ ਵਾਲੇ ਗਏ ਉਹਨਾਂ ਨੂੰ ਕਿਸੇ ਨੂੰ ਬੋਲਣ ਨਹੀਂ ਦਿੱਤਾ ਇਹਨਾਂ ਨੇ। ਮੈਂ ਹਾਲਾਂਕਿ ਉਹਨਾਂ 'ਚ ਬਹੁਤੇ ਨੌਜਵਾਨ ਸੀਗੇ ਜਿਹੜੇ ਇੱਥੇ ਮਤਲਬ 50 60 ਦਿਨਾਂ ਤੋਂ ਇੱਥੇ ਬੈਠੇ ਨੇ, ਤਾਂ ਉਹ ਫਿਰ ਉਹਨਾਂ ਨੂੰ ਪਲੇਟਫਾਰਮ ਤਾਂ ਦਿਓ ਨਾ ਕੋਈ, ਜਿੱਥੇ ਘੱਟੋ ਘੱਟ ਇਹਨਾਂ ਨੂੰ ਲੱਗੇ ਬਈ ਸਾਡੀ ਗੱਲ ਸੁਣੀ ਤਾਂ ਜਾ ਰਹੀ ਆ, ਮੰਨੀ ਤਾਂ ਉਹ ਤੋਂ ਅਗਲਾ ਸਟੈਪ ਹੁੰਦਾ। ਮੈਂ ਸਾਰੇ ਤੁਹਾਡੀ ਜਦੋਂ ਅਗਵਾਈ ਕਬੂਲ ਰਹੇ ਨੇ, ਜਿਹਨੂੰ ਤੁਸੀਂ ਕਬੂਲ ਰਹੇ ਹੋ ਉਹਦੇ ਤੇ ਕੁਐਸਚਨ ਕਰਨ ਦਾ ਅਧਿਕਾਰ ਡੈਮੋਕ੍ਰੈਟਿਕ ਰਾਈਟ ਹੁੰਦਾ ਹੀ ਹੁੰਦਾ। ਜਿਹਨੂੰ ਅਸੀਂ ਕਹਿ ਰਹੇ ਹਾਂ ਵੀ ਇਹ ਸਾਡੇ ਨੁਮਾਇੰਦੇ ਨੇ, ਆਪਦੇ ਨੁਮਾਇੰਦੇ ਨੂੰ ਸਵਾਲ ਪੁੱਛਣ ਦਾ ਜ਼ਰੂਰੀ ਅਧਿਕਾਰ ਹੁੰਦਾ। ਜੇ ਤੁਸੀਂ ਇਹ ਨਹੀਂ ਦੇ ਰਹੇ ਤਾਂ ਤੁਸੀਂ ਰਿਪਰੈਜ਼ੈਂਟੇਟਿਵ ਤੋਂ ਜਿਹੜੀਆਂ ਤੁਹਾਡੀਆਂ ਟੈਂਡੈਂਸੀਆਂ ਨੇ ਉਹ ਚੇਂਜ ਹੋ ਕੇ ਕਿਸੇ ਹੋਰ ਪਾਸੇ ਵੱਲ ਜਾਣਗੀਆਂ। ਇਹੀ ਸਾਡੀ ਦਿੱਕਤ ਟ੍ਰੈਡੀਸ਼ਨਲ ਲੀਡਰਸ਼ਿਪ ਨਾਲ ਆ ਜਿਹੜੀ ਵੋਟਾਂ ਵਾਲੀ ਤੇ ਹੋਰ ਆ। ਜੇ ਇਹ ਅਸੀਂ ਇੱਥੇ ਨਾ ਹੋਵੇ, ਇੱਥੇ ਵੱਧ ਡੈਮੋਕ੍ਰੈਟਿਕ ਮਾਹੌਲ ਹੋਵੇ ਬਸ। ਬਹੁਤ ਬਹੁਤ ਧੰਨਵਾਦ। ਸੋ ਬਾਈ ਜੀ ਨੇ ਕਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਡੈਮੋਕ੍ਰੇਸੀ ਚਾਹੁੰਦੇ ਹੋ ਕਿ ਹੋਣੀ ਚਾਹੀਦੀ ਹੈ, ਉਸ ਤਰੀਕੇ ਨਾਲ ਤੁਹਾਨੂੰ ਦੂਜਿਆਂ ਦੇ ਨਾਲ ਵੀ ਉਸੇ ਤਰੀਕੇ ਦਾ ਵਰਤਾਵ ਕਰਨਾ ਚਾਹੀਦਾ ਹੈਗਾ। ਇਹੀ ਉਮੀਦ ਕਰਦੇ ਹਾਂ ਦੋਸਤੋ, ਜਿਸ ਤਰੀਕੇ ਦੇ ਨਾਲ ਅੱਜ ਇਕੱਠੇ ਹੋਏ ਨੇ ਸਾਰੀਆਂ ਸ਼ਖਸੀਅਤਾਂ, ਖਾਸ ਤੌਰ ਦੇ ਉੱਤੇ ਸ਼ਹੀਦ ਨਵਰੀਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਹੈਗਾ। ਉਮੀਦ ਕਰਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਅਜਾਈ ਨਹੀਂ ਜਾਊਗੀ, ਔਰ ਜਿਸ ਤਰੀਕੇ ਦਾ ਉਹਨਾਂ ਦਾ ਨਾਂ ਹੈਗਾ ਰੁਖਸਤ ਤਾਂ ਹੋ ਗਏ ਜਹਾਨ ਤੋਂ, ਵੀ ਇੱਕ ਨਵੀਂ ਰੀਤ ਦੇ ਗਏ ਨੇ ਜਹਾਨ ਨੂੰ, ਦੋਸਤਾਂ ਨੂੰ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ। ਆਓ ਉਹਨਾਂ ਨੂੰ ਚੇਤੇ ਕਰੀਏ ਔਰ ਆਪਣੇ ਦਿਲ ਦੇ ਵਿੱਚ ਜਜ਼ਬਾਤ ਪੈਦਾ ਕਰੀਏ ਕਿ ਸੱਚ ਦੇ ਮਾਰਗ ਦੇ ਉੱਤੇ ਚੱਲਦੇ ਹੋਏ ਅਸੀਂ ਇਸ ਜਹਾਨ ਨੂੰ ਸੋਹਣਾ ਅਤੇ ਸੁਖਾਵਾ ਬਣਾਈਏ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।